तेरी माँ बोली ये बीबा ना पैरां हेठां रोल पंजाबी लिख पंजाबी पढ़ पंजाबी गैरतमंदा बोल पंजाबी। सत श्री अकाल सिख टीवी चैनल देख रहे दर्शकों ਨੂੰ मैं आ ਤੁਹਾਡਾ मेज़बान कमलजीत सिद्धू। ਅੱਜ ਤੋਂ ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਸਾਹਿਤ ਦੇ ਅੰਗ ਸੰਗ ਲੈ ਕੇ ਅਸੀਂ ਹਾਜ਼ਰ ਹੋ ਰਹੇ ਹਾਂ ਤੇ ਇਹਦੇ ਵਿੱਚ ਤੁਹਾਨੂੰ ਸਾਹਿਤ ਦੇ ਨਾਲ ਜੁੜੀਆਂ ਹੋਈਆਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਵੱਖ-ਵੱਖ ਸ਼ਖਸੀਅਤਾਂ ਦੇ रूबरू करावांगे तो पंजाबी माँ बोली तो साहित्य बारे ये चर्चा करांगे। अज भी तुहानू एक अजिही नौजवान शख्सियत नाल मिला रहे हैं, पर उस तो पहला मैं विषय बारे गल कर रहा कि साहित्य नालों टुट रही नौजवान पीढ़ी। अज असी इस मुद्दे बारे गल करांगे। असिस्टेंट प्रोफैसर बलजिंदर सिंह जी संधू जिहड़े खालसा कॉलेज अमृतसर दे विच अध्यापन कर रहे हैं, उन्हां नाल इस विषय ते गल करदे आ। तो साडे स्टूडियो विच तशरीफ लियाए ने। पहलां तां मैं सिख टीवी चैनल वल्लों उन्हां नूं साडे इस प्रोग्राम विच आउण दे उत्ते जी आयां नूं कहना ते सब तो पहलां असीं फतेह दी साँझ उन्हां नाल पावांगे। प्रोफैसर साहब वाहिगुरू जी का खालसा वाहिगुरू जी की फतेह, जी आयां नूं जी। गल करदे आ नौजवान पीढ़ी जिहड़ी अज साहित्य तो कोहां दूर जिहड़ी है वो हुंदी जा रही है। बहुत सारे मुद्दे आ, बहुत सारियां गल्लां आ कि नौजवान पीढ़ी साहित्य तो टुट गई है ਤੇ जिस देश कौम की पीढ़ी अपने साहित्य नालों आपदी किताबां नालों टुटदी हैगी आ, ਉਹਦਾ ਭਵਿੱਖ ਕਿਹੋ ਜਿਹਾ ਹੋ ਸਕਦਾ। ਅੱਜ ਇਹੀ ਵਿਸ਼ਾ ਅਸੀਂ ਪ੍ਰੋਫੈਸਰ ਸਾਹਿਬ ਨਾਲ ਸਾਂਝਾ ਕਰਾਂਗੇ, ਇਹਨਾਂ ਕੋਲ ਸੁਣਾਂਗੇ। ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਹੋ ਰਹੀ ਹੈ, ਹਾਂਜੀ, ਤੁਸੀਂ ਕੀ ਕਾਰਨ ਸਮਝਦੇ ਹੋ ਇਸ ਦਾ? ਸਿੱਧੂ ਸਾਹਿਬ ਵੇਖੋ, ਨੌਜਵਾਨ ਪੀੜ੍ਹੀ ਦਾ ਆਪਣੇ ਸਾਹਿਤ ਨਾਲੋਂ ਦੂਰ ਹੋਣ ਦਾ ਇੱਕੋ ਇੱਕ ਕਾਰਨ ਹੈ ਕਿ ਉਹਨੂੰ ਇਸ ਟਾਈਮ ਪਰੋਸਿਆ ਕੀ ਜਾ ਰਿਹਾ ਹੈ ਜੀ। ਸਾਡੀ ਨੌਜਵਾਨ ਪੀੜ੍ਹੀ ਦੇ ਸਾਹਮਣੇ ਕੀ ਪੇਸ਼ ਕੀਤਾ ਜਾ ਰਿਹਾ ਹੈ, ਜਿੱਥੇ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਉੱਚ ਪਾਏ ਦਾ ਸਾਹਿਤ ਉਹਦੀ ਝੋਲੀ ਪਾਇਆ ਜਾਣਾ ਸੀ, ਉੱਥੇ ਉਹਦੀ ਝੋਲੀ ਅੱਜ ਦੀ ਗਾਇਕੀ ਜਿਹੜੀ ਪਾਈ ਜਾ ਰਹੀ ਹੈ। ਸਭ ਤੋਂ ਵੱਡੀ ਜ਼ਿੰਮੇਵਾਰ ਅੱਜ ਦੀ ਗਾਇਕੀ ਹੈ ਕਿ ਜਿਹੜੀ ਸਾਡੇ ਨੌਜਵਾਨ ਦਾ ਮਾਈਂਡ ਵਾਸ਼ ਕਰ ਰਹੀ ਹੈ, ਉਹਨੂੰ ਗਲਤ ਪਾਸੇ ਲਿਜਾ ਰਹੀ ਹੈ। ਹਾਲਾਂਕਿ ਸਾਹਿਤ ਹੈ ਜਿਹੜਾ ਉਹ ਸਾਡਾ ਕਹਿ ਸਕਦੇ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ, ਠੀਕ ਹੈ। ਤੇ ਜਦੋਂ ਸਾਡੀ ਨੌਜਵਾਨ ਪੀੜ੍ਹੀ ਆਪਣਾ ਅਕਸ਼ ਇਹ ਸਾਹਿਤ ਵਿੱਚੋਂ ਨਹੀਂ ਪਛਾਣੂਗੀ, ਉਸ ਦੀ ਬਜਾਏ ਗਾਇਕੀ ਨੂੰ ਆਧਾਰ ਬਣਾ ਕੇ ਚੱਲੂਗੀ, ਤਾਂ ਉਹ ਸੁਭਾਵਿਕ ਹੀ ਹੈ ਕਿ ਗਲਤ ਲੀਹ ਤੇ ਚੱਲੂਗੀ। ਤੇ ਸਭ ਤੋਂ ਵੱਡਾ ਕਾਰਨ ਹੈ ਕਿ ਇਸ ਟਾਈਮ ਜਿਹੜਾ ਗਾਇਕੀ ਆ ਉਹ ਨੌਜਵਾਨ ਪੀੜ੍ਹੀ ਨੂੰ ਆਪਣੇ ਕਲਾਵੇ 'ਚ ਲੈ ਰਹੀ ਆ ਤੇ ਉਹ ਜਿਹੜੀ ਸਾਹਿਤ ਤੋਂ ਦਿਨੋਂ ਦਿਨ ਦੂਰ ਹੁੰਦੀ ਜਾ ਰਹੀ ਆ। ਕਿੰਨੇ ਕੁ ਸਾਲਾਂ ਤੋਂ ਤੁਸੀਂ ਇਹ ਕਾਰਨ ਸਮਝਦੇ ਹੋ ਵੀ ਗਾਇਕੀ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਉਹ ਬਰਬਾਦ ਹੋ ਰਹੀ ਹੈ? ਪਿਛਲੇ 1-2 ਦਹਾਕਿਆਂ ਤੋਂ ਸਿੱਧੂ ਸਾਹਿਬ ਅਸੀਂ ਜਾਣਦੇ ਹਾਂ ਕਿ ਗਾਇਕੀ ਨੇ ਜਿਹੜਾ ਵਾ ਨੌਜਵਾਨ ਨੂੰ ਆਪਣੇ ਕਲਾਵੇ ਵਿੱਚ ਬੜਾ ਜ਼ਬਰਦਸਤ ਤਰੀਕੇ ਨਾਲ ਲਿਆ ਹੋਇਆ ਵਾ। ਸਾਡਾ ਨੌਜਵਾਨ, ਤੁਸੀਂ ਦੇਖੋ ਕਿ ਕੱਲ੍ਹ ਹੀ ਕੋਈ ਗਾਣਾ ਆ ਜੇ, ਅੱਜ ਹੀ ਗਾਣਾ ਆ ਜੇ, 24 ਘੰਟਿਆਂ ਦੇ ਵਿੱਚ ਹਰੇਕ ਨੌਜਵਾਨ ਦੀ ਜ਼ਬਾਨ 'ਤੇ ਹੁੰਦਾ ਹੈ। ਤਾਂ ਉਹਦੇ ਮੁਕਾਬਲੇ ਜੇ ਪੁਸਤਕ ਹੈ ਕੋਈ, ਉਹ ਸਾਡੇ ਨੌਜਵਾਨ ਨੂੰ ਪੁੱਛ ਲਿਆ ਜਾਵੇ ਤਾਂ ਪੁਸਤਕ ਤਾਂ ਦੂਰ ਦੀ ਗੱਲ ਹੈ, ਉਹਨਾਂ ਨੂੰ ਕਿਸੇ ਸਾਹਿਤਕਾਰ ਦੇ ਨਾਮ ਦਾ ਵੀ ਨਹੀਂ ਪਤਾ ਹੁੰਦਾ। ਹਾਂਜੀ, ਤੇ ਬਿਲਕੁਲ ਖਰੀ ਗੱਲ ਹੈ ਕਿ ਪਹਿਲਾਂ ਸਾਨੂੰ ਸਾਰੇ ਜਿਹੜੇ ਸਾਹਿਤਕਾਰ ਸੀ ਉਹ ਯਾਦ ਹੁੰਦੇ ਸੀ, ਜੋ ਕਿਤਾਬਾਂ ਦੀ ਅਸੀਂ ਗੱਲ ਕਰਦੇ ਸੀਗੇ। ਤੇ ਕਦੇ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਆ ਗਈ, ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਆ ਗਈ, ਅੰਮ੍ਰਿਤਾ ਪ੍ਰੀਤਮ ਦੀ ਗੱਲ ਆ ਗਈ, ਸ਼ਿਵ ਦੀ ਗੱਲ ਆ ਗਈ, ਬੁੱਲੇ ਸ਼ਾਹ, ਵਾਰਿਸ ਸ਼ਾਹ ਦੀ ਗੱਲ ਆ ਗਈ। ਤੁਸੀਂ ਵੇਖੋ ਪੁਰਾਣੇ ਬਜ਼ੁਰਗਾਂ ਕੋਲੇ ਬੈਠ ਕੇ ਕਿਤੇ ਗੱਲ ਛੇੜ ਕੇ ਵੇਖੋ ਤਾਂ ਉਹ ਗੱਲ ਕਰਦੇ ਕਿ ਮੈਂ ਫਲਾਣੇ ਥਾਂ ਗਿਆ ਸੀ, ਉੱਥੇ ਸਟੇਸ਼ਨ ਤੇ ਮੈਨੂੰ ਨਾਨਕ ਸਿੰਘ ਦਾ ਨਾਵਲ ਮਿਲ ਗਿਆ, ਮੈਂ ਉਹ ਲਿਆ ਤੇ ਪੜ੍ਹਦਿਆਂ ਮੈਂ ਆਪਣਾ ਸਟੇਸ਼ਨ ਵਿਸਰ ਗਿਆ ਤੇ ਮੈਂ ਅੱਗੇ ਨਿਕਲ ਗਿਆ। ਪਰ ਅੱਜ ਕਿਤਾਬਾਂ ਅੱਜ ਵੀ ਹੈਗੀਆਂ, ਬਿਲਕੁਲ ਸਾਹਿਤ ਅੱਜ ਵੀ ਲਿਖਿਆ ਜਾ ਰਿਹਾ ਹੈ, ਪਰ ਸਾਡੇ ਨੌਜਵਾਨ ਦਾ ਧਿਆਨ ਹੈ ਜਿਹੜਾ ਉਹ ਇੱਧਰਲੇ ਪਾਸੇ ਨਹੀਂ ਲਾਇਆ ਜਾ ਰਿਹਾ। ਤੇ ਹੁਣ ਅਸੀਂ ਗੱਡੀਆਂ ਬੱਸਾਂ 'ਚ ਦੇਖੋ ਇੱਕ ਚੀਜ਼ ਵੇਖਦੇ ਹਾਂ ਵੀ ਜਦੋਂ ਬਹੁਤ ਸਾਰੇ ਨੌਜਵਾਨ ਚਾਹੇ ਉਹ ਬੱਸ 'ਚ ਸਫ਼ਰ ਕਰ ਰਹੇ ਆ, ਚਾਹੇ ਉਹ ਗੱਡੀ ਵਿੱਚ ਸਫ਼ਰ ਕਰ ਰਹੇ, ਅਸੀਂ ਦੇਖਦੇ ਹਾਂ ਕਿ ਅਕਸਰ ਹੀ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੀ ਫੜੇ ਹੁੰਦੇ ਹੈਗੇ ਆ ਤੇ ਸਾਰੇ ਧੌਣਾ ਝੁਕਾ ਕੇ ਮੋਬਾਈਲ ਲੱਗੇ ਆ। ਚਾਹੇ ਕਿਸੇ ਪਾਰਕ 'ਚ ਚਲੇ ਜਾਓ, ਉੱਥੇ ਵੀ ਸਾਨੂੰ ਨਜ਼ਰ ਆਉਂਦਾ ਹੈਗਾ। ਕੋਈ ਵੀ ਜਿਹੜੀ ਜਨਤਕ ਥਾਂ ਆ ਉਹਦੇ ਉੱਤੇ ਸਾਨੂੰ ਇਹੀ ਨਜ਼ਰ ਆਉਂਦਾ ਹੈਗਾ। ਇਹ ਵੀ ਤਾਂ ਇੱਕ ਨਾਲ ਕਾਰਨ ਜੁੜਿਆ ਹੋਇਆ। ਬਿਲਕੁਲ ਕੋਈ ਸ਼ੱਕ ਨਹੀਂ ਇਹਦੇ ਵਿੱਚ। ਮੋਬਾਈਲ ਨੇ ਜਿੰਨਾ ਨੌਜਵਾਨ ਪੀੜ੍ਹੀ ਨੂੰ ਸਹੀ ਲਾਈਨ ਤੇ ਚੱਲਣ ਤੋਂ ਰੋਕਿਆ ਹੈ ਨਾ, ਉਹਨਾਂ ਮੈਂ ਕਹਿੰਦਾ ਗਾਇਕੀ ਵੀ ਜੇ ਅਸੀਂ ਕਰਦੇ ਤਾਂ ਉਹ ਵੀ ਮੋਬਾਈਲਾਂ ਦੇ ਥਰੂ ਹੀ ਆ ਰਹੀ ਹੈ ਬੱਚਿਆਂ ਕੋਲ। ਅੱਜ ਹਰੇਕ ਬੱਚਾ ਜਿਹੜਾ ਮੋਬਾਈਲ 'ਤੇ ਕਮੈਂਟ ਲਾਈਕ ਦਾ ਇੰਨਾ ਚੱਲ ਰਿਹਾ ਹੈ ਕਿ ਉਹ ਆਪਣੀ ਬੜੀ ਵੱਡੀ ਰਿਸਪੌਂਸਿਬਿਲਿਟੀ ਸਮਝਦਾ। ਸੋ ਮੋਬਾਈਲ ਹੈ ਜਿਹੜਾ ਉਹਨੂੰ ਲਗਾਤਾਰ ਵਰਤਣਾ ਸਾਡੇ ਨੌਜਵਾਨ ਪੀੜ੍ਹੀ ਦੀ ਜਿਹੜੀ ਆ ਇੱਕ ਆਦਤ ਬਣ ਚੁੱਕੀ ਹੈ। मतलब ये ਆਪਾਂ ਟੈਕਨੀਕ ਨੂੰ ਤਾਂ ਦੋਸ਼ੀ ਨਹੀਂ ਕਹਿ ਸਕਦੇ, ਟੈਕਨੀਕ ਤਾਂ ਸਮੇਂ ਦੇ ਨਾਲ ਬਦਲਣੀ। ਟੈਕਨੀਕ ਜਿਹੜੀ ਅਸੀਂ 21ਵੀਂ ਸਦੀ ਦੇ ਦੌਰ 'ਚ ਗੁਜ਼ਰ ਰਹੇ ਹਾਂ ਤੇ ਸਿੱਧੂ ਸਾਹਿਬ ਟੈਕਨੀਕ ਤਾਂ ਜਿਹੜੀ ਆਉਣੀ ਹੀ ਆਉਣੀ ਹੈ। ਤੇ ਟੈਕਨੀਕ ਦਾ ਆਉਣਾ ਕਿਸੇ ਵੀ
ਦੇਸ਼ ਲਈ, ਕਿਸੇ ਵੀ ਸਮਾਜ ਲਈ ਇੱਕ ਸੁਭਾਵਿਕ ਹੈ, ਇੱਕ ਸ਼ੁਭ ਆਗਮਨ ਹੈ। ਪਰ ਜੇ ਉਸ ਟੈਕਨੀਕ ਨੂੰ ਅਸੀਂ ਗਲਤ ਤਰੀਕੇ ਨਾਲ ਯੂਜ਼ ਕਰਦੇ ਹਾਂ ਤਾਂ ਉਹਦੇ ਵਿੱਚ ਟੈਕਨੀਕ ਦਾ ਕੋਈ ਦੋਸ਼ ਨਹੀਂ, ਦੋਸ਼ ਸਾਡਾ ਹੈ ਕਿ ਅਸੀਂ ਉਸ ਟੈਕਨੀਕ ਤੋਂ ਕੀ ਬੈਨੀਫਿਟ ਲੈਣਾ ਹੈ। ਜੀ, ਕਿਤਾਬਾਂ ਹੁਣ ਬਹੁਤ ਛਪ ਰਹੀਆਂ ਹੈਗੀਆਂ, ਬਿਲਕੁਲ। ਨੌਜਵਾਨਾਂ ਨੂੰ ਪੜ੍ਹਨ ਦਾ ਟਾਈਮ ਨਹੀਂ ਮਿਲਦਾ ਕਿ ਜਾਂ ਉਹਨਾਂ ਦਾ ਰੁਝਾਨ ਹੀ ਨਹੀਂ ਹੈਗਾ? ਨਹੀਂ, ਇਹ ਦੋਨੇ ਗੱਲਾਂ ਹੀ ਕਹਿ ਸਕਦੇ ਕਿ ਨੌਜਵਾਨ ਮੋਬਾਈਲ 'ਚ ਵਿਅਸਤ ਆ ਤੇ ਰੁਝਾਨ ਵੀ ਉਹਨਾਂ ਦਾ ਹੈ ਨਹੀਂਗਾ। ਜੀ। ਸੋ ਅਸਲੀ ਗੱਲ ਇਹ ਆ ਕਿ ਸਾਹਿਤ ਲਿਖਿਆ ਬਹੁਤ ਜਾ ਰਿਹਾ ਹੈ। ਜੀ ਜੀ, ਸ਼ੁਰੂ ਤੋਂ ਹੀ ਸਾਹਿਤ ਲਿਖਿਆ ਜਾ ਰਿਹਾ ਵਾ, ਅੱਜ ਵੀ ਲਿਖਿਆ ਜਾ ਰਿਹਾ ਵਾ। ਬਿਲਕੁਲ। ਸਾਹਿਤਕਾਰ ਦਾ ਵੀ ਕਸੂਰ ਨਹੀਂ, ਠੀਕ ਹੈ ਕਿ ਉਹ ਸਾਹਿਤ ਮਾੜਾ ਲਿਖ ਰਿਹਾ, ਕਿਤੇ ਨਾ ਕਿਤੇ ਸਾਡੇ ਲੇਖਕਾਂ 'ਚ ਭੱਜ ਦੌੜ ਹੈਗੀ ਆ ਕਿਤਾਬਾਂ ਦੀ ਗਿਣਤੀ ਨੂੰ ਲੈ ਕੇ। ਬਿਲਕੁਲ ਠੀਕ ਆ, ਉਹ ਥੋੜਾ ਘੱਟ ਉਪਾਏਦਾਰ ਸਾਹਿਤ ਆ ਜਿਹੜਾ ਸਿਰਜ ਰਹੇ ਨੇ। ਬਿਲਕੁਲ। ਤੇ ਉਹ ਵੀ ਕਿਤੇ ਨਾ ਕਿਤੇ ਕਾਰਨ ਹੈਗਾ ਕਿ ਜਦੋਂ ਅਸੀਂ ਪੜ੍ਹਨ ਬੈਠਦੇ ਹਾਂ ਤੇ ਸਾਨੂੰ ਸਾਹਿਤ ਦੇ ਵਿੱਚੋਂ ਉਹ ਆਨੰਦ ਨਹੀਂ ਆਉਂਦਾ ਜਿਹੜਾ ਅਸੀਂ ਨਾਨਕ ਸਿੰਘ ਹੋਰਾਂ ਨੂੰ ਪੜ੍ਹ ਕੇ ਲੈਂਦੇ ਸੀ, ਭਾਈ ਵੀਰ ਸਿੰਘ ਹੋਰਾਂ ਨੂੰ ਪੜ੍ਹ ਕੇ ਲੈਂਦੇ ਸੀਗੇ। ਕਿਤੇ ਨਾ ਕਿਤੇ ਉਹ ਵੀ ਫਰਕ ਹੈਗਾ ਵਾ। ਤੇ ਨੌਜਵਾਨ ਪੀੜ੍ਹੀ ਆ ਜਿਹੜੀ, ਉਹ ਤਾਂ ਇਸ ਹੱਦ ਤੱਕ ਸਾਹਿਤ ਤੋਂ ਟੁੱਟ ਚੁੱਕੀ ਹੈ ਕਿ ਉਹਨਾਂ ਨੂੰ ਜੇ ਪੁੱਛ ਲਿਆ ਜਾਵੇ ਕਿ ਸਾਹਿਤ ਕੀ ਆ ਤੇ ਉਹਨਾਂ ਨੂੰ 2 ਲਾਈਨਾਂ ਦੇ ਵਿੱਚ ਜਵਾਬ ਨਹੀਂ ਦੇਣਾ ਆਉਂਦਾ ਕਿ ਸਾਹਿਤ ਕੀ ਹੈ। ਕਿਤਾਬਾਂ ਤੁਹਾਡੀਆਂ ਵਧੀਆ ਦੋਸਤ ਸਾਬਤ ਹੁੰਦੀਆਂ ਜ਼ਿੰਦਗੀ 'ਚ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਕਿਤਾਬਾਂ ਵਰਗਾ ਸਿੱਧੂ ਸਾਹਿਬ ਮੈਂ ਤੇ ਮੰਨਦਾ ਕਿ ਕੋਈ ਦੋਸਤ ਹੈ ਹੀ ਨਹੀਂ ਤੁਹਾਡਾ। ਕਿਤਾਬ ਤੁਹਾਡੇ ਅੱਗੇ ਖੁੱਲੀ ਹੈ ਤੇ ਜਿਹੜਾ ਤੁਹਾਡੇ ਅੱਗੇ ਖੁੱਲ ਗਿਆ ਤੁਸੀਂ ਉਸ ਤੋਂ ਜੋ ਮਰਜ਼ੀ ਲੈ ਸਕਦੇ ਹੋ। ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਤੇ ਵੇਖੋ, ਅਸੀਂ ਜੇਕਰ ਗੱਲ ਕਰੀਏ ਇਤਿਹਾਸ 'ਚ ਜਾ ਕੇ ਤਾਂ ਕਿਤਾਬਾਂ ਨੇ ਕਿੰਨੇ ਦੇਸ਼ਾਂ 'ਚ ਕ੍ਰਾਂਤੀ ਲਿਆਂਦੀ ਹੈ। ਚਾਹੇ ਕ੍ਰਾਂਤੀਕਾਰੀ ਪੈਦਾ ਹੋਏ ਨੇ, ਪਰ ਉਹ ਕ੍ਰਾਂਤੀਕਾਰੀ ਪੈਦਾ ਕਰਨ ਵਾਲੀਆਂ ਕਿਤਾਬਾਂ ਹੀ ਹਨ। ਬਿਲਕੁਲ। ਇਸ ਕਰਕੇ ਕਿਤਾਬਾਂ ਸਾਡਾ ਬਹੁਤ ਵੱਡਾ ਇੱਕ ਦੋਸਤ ਹੈ ਜਿਹਦੇ ਤੋਂ ਅਸੀਂ ਅੱਗੇ ਵਧਣ ਲਈ ਹਰੇਕ ਮਦਦ, ਹਰੇਕ ਸਲਾਹ ਲੈ ਸਕਦੇ ਹਾਂ। ਤੇ ਕਿਤਾਬਾਂ ਦੇ ਵਿੱਚ ਅਥਾਹ ਗਿਆਨ ਛੁਪਿਆ ਆ। ਬਿਲਕੁਲ, ਕੋਈ ਸ਼ੱਕ ਨਹੀਂ ਹੈਗਾ। ਬਿਲਕੁਲ। ਤੇ ਜਿਵੇਂ ਹੁਣ ਅਸੀਂ ਬਹੁਤ ਸਾਰੇ ਸਾਡੇ ਲੇਖਕ ਕਿਤਾਬਾਂ ਲਿਖ ਰਹੇ ਆ, ਹਾਂਜੀ, ਕੀ ਨੌਜਵਾਨਾਂ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ ਨਹੀਂ ਹੈਗੀਆਂ ਜਿਨ੍ਹਾਂ 'ਚ ਉਹਨਾਂ ਨੂੰ ਲੱਗੇ ਵੀ ਇਹ 'ਚ ਮੇਰੀ ਹੋਈ ਗੱਲ ਕੀਤੀ ਗਈ ਆ, ਇਹਦੀ ਵੀ ਕਿਤੇ ਕਮੀ ਖੜਦੀ ਆ? ਵੇਖੋ ਜੀ, ਸਾਹਿਤ ਨਹੀਂ ਕਹਿ ਸਕਦੇ ਕਿ ਸਾਹਿਤ ਸੇਧ ਦੇਣ ਵਾਲਾ ਨਹੀਂਗਾ। ਸਾਹਿਤ ਦਾ ਮਤਲਬ ਹੀ ਸਾਹਿਤ, ਹਰ ਇੱਕ ਦੇ ਹਿੱਤ ਵਿੱਚ ਭੁਗਤਣ ਵਾਲੀ ਜਿਹੜੀ ਆ ਕਿਰਤ ਆ ਸਾਹਿਤ। ਬਿਲਕੁਲ। ਪਰ ਕਿਤੇ ਨਾ ਕਿਤੇ ਆਪਾਂ ਜਿਹੜੀ ਅੱਗੇ ਵੀ ਗੱਲ ਕਰ ਚੁੱਕੇ ਹਾਂ ਕਿ ਸਾਡੇ ਲੇਖਕਾਂ ਦੇ ਵਿੱਚ ਜਿਹੜੀ ਦੌੜ ਲੱਗੀ ਹੋਈ ਆ ਕਿਤਾਬਾਂ ਦੀ ਗਿਣਤੀ ਨੂੰ ਲੈ ਕੇ, ਜਾਂ ਉਹ ਕਹਿ ਲਓ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਹੈ ਕਿ ਮੇਰੀਆਂ ਇੰਨੀਆਂ ਕਿਤਾਬਾਂ ਛਪ ਚੁੱਕੀਆਂ ਨੇ, ਮੇਰੀਆਂ ਇੰਨੀਆਂ ਛਪ ਚੁੱਕੀਆਂ ਹੈ, ਮੈਨੂੰ ਫਲਾਣੇ ਥਾਂ ਤੋਂ ਸਨਮਾਨ ਹੋਣਾ ਚਾਹੀਦਾ ਹੈ। ਉਹ ਜਿਹੜਾ ਨਾ ਕਿਤੇ ਜਲਦਬਾਜ਼ੀ 'ਚ ਜਿਹੜਾ ਸਾਹਿਤ ਦਾ ਮਿਆਰ ਹੈ ਉਹਨਾਂ ਲੇਖਕਾਂ ਦੀ ਕਲਮ 'ਚੋਂ ਘਟਦਾ ਜਾ ਰਿਹਾ ਹੈ, ਜਿਹੜੇ ਕਿ ਕਿਤਾਬਾਂ ਛਪਾਉਣ ਦੀ ਗਿਣਤੀ 'ਚ ਲੱਗੇ ਹੋਏ ਨੇ। ਦੌੜ ਜਿਹੜੀ ਉਹਨਾਂ ਦੀ ਲੱਗੀ ਹੋਈ ਆ ਉਹ ਮਾੜੀ ਆ। ਸਾਹਿਤ ਅਕਾਦਮੀਆਂ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀਆਂ ਸਾਹਿਤ ਦੇ ਨਾਲ ਜੁੜੀਆਂ ਹੋਈਆਂ, ਹਾਂਜੀ, ਬਹੁਤ ਵਾਰੀ ਦੇਖੀਦਾ ਹੈਗਾ ਕਿ ਉਹ ਇੱਕ ਚੰਗਾ ਸਾਹਿਤ ਦੇਣ ਨਾਲੋਂ, ਜਿਵੇਂ ਕੋਈ ਕਿਸੇ ਦੀ ਕਿਤਾਬ ਛਪੀ ਉਹਦੀ ਆਲੋਚਨਾ ਵਾਲੇ ਪਾਸੇ ਬਹੁਤ ਜ਼ਿਆਦਾ ਆ ਜਾਂਦੇ ਹੈਗੇ ਆ। ਹਾਂਜੀ, ਬਸ਼ਰਤੇ ਕਿ ਉਹ ਚੰਗੀ ਕਿਤਾਬ ਦੀ ਜਿਹੜੀ ਹੈਗੀ ਆ ਉਹਦੀ ਹੱਕ ਦੇ ਵਿੱਚ ਗੱਲ ਕਰਨ ਦੀ ਬਜਾਏ ਜਦੋਂ ਤੱਕ ਲੋਕਾਂ ਤੱਕ ਪਹੁੰਚਦੀ ਹੈਗੀ ਆ ਤੇ ਉਹ ਚੀਜ਼ ਜਿਹੜੀ ਹੈਗੀ ਆ ਉਹ ਸਾਰੇ ਰਫਾ ਦਫਾ ਹੋ ਜਾਂਦੀ। ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਸਹੀ ਹੈ? ਦੇਖੋ ਜੀ, ਇਹਦੇ ਪਿੱਛੇ ਵੀ ਬੜੇ ਵੱਡੇ ਕਾਰਨ ਛੁਪੇ ਹੋਏ ਨੇ ਕਿ ਇੱਕ ਲੇਖਕ ਹੈ ਜਿਹੜਾ ਕਿਤਾਬ ਲਿਖਦਾ ਹੈ, ਉਸ ਤੋਂ ਬਾਅਦ ਉਹ ਕਿਸੇ ਸੰਸਥਾ ਤੋਂ, ਕਿਸੇ ਅਕੈਡਮੀ ਤੋਂ ਕਹਿ ਕੇ ਇੱਕ ਸੈਮੀਨਾਰ ਕਿਸੇ ਕਾਲਜ 'ਚ ਜਿਹੜਾ ਵਾ ਆਯੋਜਿਤ ਕਰਵਾਉਂਦਾ ਹੈ ਤੇ ਉਹਦਾ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਆਰਗੇਨਾਈਜ਼ ਕਰਦਾ ਹੈ ਕਿ ਮੇਰੀ ਕਿਤਾਬ 'ਤੇ ਜਿਹੜੀ ਵਿਚਾਰ ਚਰਚਾ ਕੀਤੀ ਜਾਵੇ। ਤੇ ਉਹ ਫਿਰ ਉਹ ਜਿਹੜੇ ਉਹਦੇ ਆਲੋਚਕ ਸੱਜਣ ਮਿੱਤਰ ਆਉਂਦੇ ਨੇ, ਉਹ ਆਲੋਚਨਾ ਦਾ ਜਿਹੜਾ ਮੁੱਖ ਮੰਤਵ ਆ ਉਹਦੇ ਤੋਂ ਹਟ ਕੇ ਉਹ ਫਿਰ ਉਹਦੇ ਤਾਰੀਫ ਦੇ ਦਾਇਰੇ 'ਚ ਰਹਿ ਕੇ ਹੀ ਉਹਦੀ ਗੱਲ ਕਰਦੇ ਨੇ ਕਿ ਤੇਰੀ ਕਿਤਾਬ ਬਹੁਤ ਉੱਚ ਪਾਏ ਦੀ ਆ ਤੇ ਇਹ ਬਹੁਤ ਜਿਹੜੀ ਆ ਸਮਾਜ ਨੂੰ ਸੇਧ ਦਿੰਦੀ ਆ। ਬਲਜਿੰਦਰ ਜੀ, ਤੁਸੀਂ ਇੱਕ ਗੱਲ ਕਹੀ ਸੀ ਕਿ ਕੋਈ ਵੀ ਜਿਹੜਾ ਸਾਹਿਤ ਹੈ ਉਹ ਸਮਾਜ ਦਾ ਅਕਸ਼ ਹੁੰਦਾ, ਸੀਸਾ ਹੁੰਦਾ ਹੈ। ਬਿਲਕੁਲ ਜੀ। ਸਾਡੀਆਂ ਬੁੱਕ ਸਟਾਲਾਂ ਉੱਤੇ ਜਿਹੜਾ ਵਿਕ ਰਿਹਾ ਬਹੁਤ ਸਾਰਾ ਇਹੋ ਜਿਹਾ, ਮੈਂ ਉਹਨੂੰ ਸਾਹਿਤ ਨਹੀਂ ਕਹੂੰਗਾ, ਇਹੋ ਜਿਹੀ ਸਮੱਗਰੀ ਵਿਕ ਰਹੀ ਹੈਗੀ ਆ ਕਿ ਅਸੀਂ ਉਹਦੇ ਵਿੱਚ ਆਪਾਂ ਅਕਸ਼ ਦੇਖ ਸਕਦੇ ਹਾਂ। ਦੇਖੋ, ਬਹੁਤ ਸਾਰਾ ਸਾਹਿਤ ਜਿਹੜਾ ਅੱਜ ਲਿਖਿਆ ਜਾ ਰਿਹਾ, ਬਹੁਤ ਉਹ ਮਤਲਬ ਕਿ ਪੂਰੀ ਗਿਣਤੀ ਦੇ ਵਿੱਚ ਲਿਖਿਆ ਜਾ ਰਿਹਾ ਹੈ, ਕੋਈ ਸ਼ੱਕ ਨਹੀਂ। ਪਰ ਜੇ ਅਸੀਂ ਉਹਨੂੰ ਸਾਹਿਤ ਸ਼ਬਦ ਦੇ ਅਰਥਾਂ ਵਿੱਚ ਉਤਰ ਕੇ ਉਹਨਾਂ ਕਿਤਾਬਾਂ ਨੂੰ ਵੇਖੀਏ ਤਾਂ ਫਿਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਨਹੀਂ, ਇਹ ਸਾਹਿਤ ਨਹੀਂ ਹੈ। ਨਹੀਂ ਹੈਗਾ। ਬਿਲਕੁਲ। ਤੁਸੀਂ ਇੱਕ ਅਧਿਆਪਕ ਹੋ ਜੀ,
ਯੂਨੀਵਰਸਿਟੀ ਜਾਂ ਉਸ ਪੱਧਰ ਦੇ ਖਾਲਸਾ ਕਾਲਜ ਦੇ ਵਿੱਚ ਤੁਹਾਡੇ ਵਿਦਿਆਰਥੀ ਹੈ, ਤੁਸੀਂ ਵੀ ਪੜ੍ਹੇ ਇੱਕ ਵੇਲੇ ਦੇ ਵਿੱਚ। ਹੁਣ ਨੌਜਵਾਨ ਵਿਦਿਆਰਥੀ ਤੁਹਾਡੇ ਕੋਲੇ ਆਉਂਦੇ ਆ, ਤੁਹਾਨੂੰ ਕੀ ਲੱਗਦਾ ਹੈ ਉਹਨਾਂ ਦੀ ਲਗਨ ਕੀ ਹੈ? ਕਿਸ ਤਰੀਕੇ ਦੀਆਂ ਕਿਤਾਬਾਂ ਉਹ ਪੜ੍ਹਦੇ ਆ? ਤੁਹਾਡੇ ਉਹ ਵੇਲੇ ਤੋਂ ਤੇ ਅੱਜ ਦੇ ਵੇਲੇ 'ਚ ਤੁਸੀਂ ਕੀ ਫਰਕ ਸਮਝਦੇ ਹੋ? ਹਾਂਜੀ, ਵੇਖੋ ਉਸ ਵੇਲੇ 'ਚ ਤੇ ਅੱਜ ਦੇ ਵੇਲੇ 'ਚ ਕੋਈ ਆਪਣਾ ਤਾਂ ਬਹੁਤਾ ਗੈਪ ਨਹੀਂ ਹੈਗਾ। ਬਿਲਕੁਲ ਠੀਕ ਹੈ, ਪਰ ਫਿਰ ਵੀ ਜਿਹੜੇ ਟਾਈਮ ਅਸੀਂ ਅੱਜ ਮੈਂ ਗ੍ਰੈਜੂਏਸ਼ਨ ਦੀਆਂ ਕਲਾਸਾਂ ਜਿਹੜੀਆਂ ਵਾ ਉਹਨਾਂ ਨੂੰ ਪੜ੍ਹਾ ਰਿਹਾ ਵਾਂ, ਜਦੋਂ ਮੈਂ ਸੋਚਦਾ ਕਿ ਮੈਂ ਗ੍ਰੈਜੂਏਸ਼ਨ ਕਰ ਰਿਹਾ ਸੀਗਾ ਉਦੋਂ ਸਾਡਾ ਰੁਝਾਨ ਕੁਝ ਹੋਰ ਸੀ, ਤੇ ਜਦੋਂ ਅਸੀਂ ਆਪਣੇ ਉਸ ਟਾਈਮ ਦੇ ਹਿਸਾਬ ਨਾਲ ਅੱਜ ਦੀ ਗ੍ਰੈਜੂਏਸ਼ਨ ਦੇ ਬੱਚਿਆਂ ਦੀ ਤੁਲਨਾ ਕਰਕੇ ਵੇਖਦੇ ਹਾਂ ਤਾਂ ਲੱਗਦਾ ਕਿ ਕਿਤੇ ਨਾ ਬੱਚੇ ਸਿਰਫ ਅਟੈਂਡੈਂਸ ਤੱਕ ਸੀਮਤ ਨੇ। ਉਹ ਕਲਾਸ 'ਚ ਇਸ ਕਰਕੇ ਆਉਂਦੇ ਨੇ ਕਿ ਸਾਡੀ ਜਿਹੜੀ ਅਟੈਂਡੈਂਸ ਲੱਗ ਜੇ, ਤੇ ਪੜ੍ਹਨ ਵੱਲ ਜਿਹੜਾ ਉਹਨਾਂ ਦਾ ਧਿਆਨ ਬਹੁਤ ਘੱਟ ਹੈ। ਤੇ ਇਹ ਜਿਹੜਾ ਅੱਜ ਦੀ ਵਿਦਿਆਰਥੀ ਜੀਵਨ ਹੈ ਜਿਹੜਾ, ਇਹ ਕਿਤੇ ਨਾ ਕਿਤੇ ਸਾਰੇ ਨਹੀਂ, ਕੁਝ % ਬੱਚੇ ਜਿਹੜੇ ਨੇ ਉਹ ਅਸਲੀ ਰਾਹ ਤੋਂ ਭਟਕੇ ਹੋਏ ਲੱਗ ਰਹੇ ਨੇ। ਉਹਦਾ ਕਾਰਨ ਇਹੀ ਕਿ ਉਹਨਾਂ ਦੇ ਅੱਗੇ ਇੱਕ ਅੱਜ ਦੇ ਸੋਸ਼ਲ ਮੀਡੀਆ ਰਾਹੀਂ ਕਹਿ ਲਓ ਜਾਂ ਅੱਜ ਦੇ ਦਿਖਾਵੇ ਦੇ ਯੁੱਗ ਵਿੱਚ ਉਹਨਾਂ ਦੇ ਅੱਗੇ ਇੱਕ ਭਰਮ ਲਟਕ ਰਿਹਾ ਹੈ। ਇੱਕ ਦੂਜੇ ਤੋਂ ਉੱਪਰ ਉੱਠ ਕੇ, ਇੱਕ ਦੂਜੇ ਤੋਂ ਹਾਈ ਸਟੈਂਡਰਡ ਆਪਣਾ ਬਣਾਉਣ ਦਾ, ਲੈਵਲ ਨੂੰ ਲੈ ਕੇ, ਸਟੈਂਡਰਡ ਨੂੰ ਲੈ ਕੇ ਬੜੀ ਦੌੜ ਲੱਗੀ ਹੋਈ ਹੈ। ਤੇ ਉਹ ਪੜ੍ਹਨ ਵਾਲੇ ਨੂੰ ਇੱਕ ਕਿਤਾਬੀ ਕੀੜਾ ਜਿਹਾ ਸਮਝ ਕੇ ਉਹਨੂੰ ਮਜ਼ਾਕ ਦਾ ਪਾਤਰ ਜਿਹਾ ਬਣਾ ਦਿੰਦੇ ਆ, ਜੋ ਕਿ ਜਿਹੜਾ ਕਿ ਅਸਲੀ ਇਨਸਾਨ ਆ, ਜਿਹੜਾ ਕਿ ਅਸਲੀ ਆਪਣੀ ਜ਼ਿੰਮੇਵਾਰੀ ਆ ਨਿਭਾ ਰਿਹਾ ਵਾ। ਬਿਲਕੁਲ, ਹਾਂਜੀ, ਇਹ ਬਹੁਤ ਵੱਡਾ ਇੱਕ ਦੁਫਾੜ ਵੀ ਸਹਿਮ ਪਿਆ ਹੋਇਆ ਇਸ ਮਾਮਲੇ 'ਚ। ਅੱਛਾ, ਅਸੀਂ ਗੁਰੂ ਸਾਹਿਬਾਂ ਦੀ ਗੱਲ ਕਰ ਲਈ ਸਾਹਿਤ ਵਿੱਚ। ਗੁਰੂ ਸਾਹਿਬਾਂ ਦੀ ਜਿਹੜੀ ਇੱਕ ਦੇਣ ਹੈ ਸਾਹਿਤ ਵਿੱਚ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ 52 ਕਵੀਆਂ ਦੀ ਵੀ ਅਸੀਂ ਗੱਲ ਕਰ ਲੈਂਦੇ ਹੈਗੇ ਆ। ਉਸ ਤੋਂ ਬਾਅਦ ਹੋਰ ਵੀ ਜਿਹੜੇ ਲਿਖਾਰੀ ਸੀਗੇ ਗੁਰੂ ਸਾਹਿਬ ਨਾਲ ਜੁੜੇ ਹੋਏ ਨੇ, ਹਾਂਜੀ, ਭਗਤ ਹੋਏ, ਭੱਟ ਹੋਏ ਆ, ਤੇ ਉਹ ਕੀ ਦੇਣ ਹੈਗੀ ਆ ਤੇ ਅਸੀਂ ਉਹ ਚੋਂ ਕੀ ਸੇਧ ਲੈ ਸਕਦੇ? ਤੁਸੀਂ ਇਸ ਬਾਰੇ ਜ਼ਰੂਰ ਜ਼ਿਕਰ ਕਰੋ। ਵੇਖੋ ਜੀ, ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਅਸੀਂ ਤਾਂ ਫਿਰ ਗੱਲਾਂ ਸਾਰੀਆਂ ਹੀ ਨੀਵੀਆਂ ਰਹਿ ਜਾਂਦੀਆਂ ਕਿ ਇੱਕ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਵਰਗੇ ਸ਼ਾਇਰ ਨੇ ਪੰਜਾਬੀ ਬੋਲੀ ਦੇ ਵਿੱਚ ਸਾਹਿਤ ਸਿਰਜਣਾ ਕੀਤੀ ਹੈ। ਤੇ ਵੇਖੋ ਹੁਣ ਗੁਰੂ ਨਾਨਕ ਦੀ ਕੋਈ ਵੀ ਰਚਨਾ ਚੱਕ ਲਓ, ਉਹ ਅੱਜ ਤੋਂ 500 ਸਾਲ ਪਹਿਲਾਂ ਵੀ ਪੂਰੇ ਅਰਥਾਂ ਦੀ ਧਾਰਨੀ ਸੀ ਤੇ ਅੱਜ ਵੀ ਪੂਰੇ ਅਰਥ ਦੇ ਰਹੀ ਹੈ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਤੋਂ ਬਾਅਦ ਲਗਾਤਾਰ ਗੁਰੂ ਆ ਜਿਹੜੇ ਬਾਣੀ ਰਚਨਾ ਕਰਦੇ ਆ, ਜਿਹਨੂੰ ਕਿ ਅਸੀਂ ਪੰਜਾਬੀ ਸਾਹਿਤ ਦੇ ਗੁਰਮਤਿ ਕਾਵਿ ਵਿੱਚ ਰੱਖ ਕੇ ਵੇਖਦੇ ਹਾਂ। ਤੇ ਜਦੋਂ ਗੁਰਮਤਿ ਕਾਵਿ ਨੂੰ ਅਸੀਂ ਸਟੱਡੀ ਕਰਦੇ ਹਾਂ, ਪੜ੍ਹਦੇ ਹਾਂ, ਤਾਂ ਉਹ ਇਕੱਲਾ ਇਹ ਨਹੀਂ ਕਿ ਸਾਨੂੰ ਧਰਮ ਦੀ ਵਲਗਣ ਵਿੱਚ ਹੀ ਰੱਖਦਾ ਹੈ। ਅੱਜ ਵਿਗਿਆਨਕ ਯੁੱਗ ਹੈ, ਵਿਗਿਆਨਕ ਯੁੱਗ ਤੇ ਉਹਨੂੰ ਅਪਲਾਈ ਕਰਕੇ ਦੇਖੋ, ਸਾਡੀ ਗੁਰਬਾਣੀ ਵਿਗਿਆਨਕ ਯੁੱਗ ਦੇ ਅਕੋਰਡਿੰਗ ਵੀ ਆਪਣੇ ਅਰਥ ਦੇ ਰਹੀ ਹੈ। ਬਿਲਕੁਲ, ਸਾਡਾ ਗੁਰਮਤਿ ਸਾਹਿਤ ਹੈ ਜਿਹੜਾ ਉਹ ਵਿਗਿਆਨਕ ਯੁੱਗ ਦੇ ਅਕੋਰਡਿੰਗ ਸਾਨੂੰ ਬਹੁਤ ਸਾਰੀਆਂ ਗੱਲਾਂ ਤੋਂ ਜਾਣੂ ਕਰਵਾ ਰਿਹਾ ਹੈ। ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਨੇ ਤਾਂ ਉਹਨਾਂ ਦਾ ਕਿੰਨਾ ਵਿਗਿਆਨਕ ਤਰੀਕਾ ਹੈ, ਸਾਰੀ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਫਿਰ ਉਹਨੂੰ ਇੱਕ ਸੀਕੁਐਂਸ ਦੇ ਵਿੱਚ ਦਰਜ ਕਰਨਾ, ਫਿਰ ਉਹਨੂੰ ਪੇਸ਼ ਕਰਨਾ, ਵੱਖ-ਵੱਖ ਰਾਗਾਂ ਨੂੰ ਇੱਕ ਤਰਤੀਬ ਵਿੱਚ ਪੇਸ਼ ਕਰਕੇ, ਵੱਖਰੇ ਵੱਖਰੇ ਗੁਰੂਆਂ ਦੀਆਂ ਭਗਤਾਂ ਦੀ ਜਿਹੜੀ ਬਾਣੀ ਹੈ ਉਹਨੂੰ ਲੈ ਕੇ ਰਾਗਾਂ 'ਚ ਅਕੋਰਡਿੰਗ ਇੱਕ ਤਰਤੀਬ ਬਣਾ ਕੇ ਪੇਸ਼ ਕਰਨਾ, ਉਹ ਇੱਕ ਵਿਗਿਆਨਕ ਤਰੀਕਾ ਕਹਿ ਸਕਦੇ ਹਾਂ। ਅੱਜ ਤੋਂ ਕਿੰਨੇ 100 ਸਾਲ ਪਹਿਲਾਂ ਗੁਰੂ ਅਰਜਨ ਦੇਵ ਜੀ ਇਹ ਗੱਲ ਕਰ ਗਏ ਨੇ। ਤੇ ਉਸ ਤੋਂ ਦੇ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ, ਉਹ ਸਿੱਧਾ ਇੱਕ ਸਪਸ਼ਟ ਕਾਰਨ ਹੈ ਕਿ ਉਹਨਾਂ ਦਾ ਮਕਸਦ ਸੀ ਸਿੱਖ ਕੌਮ ਨੂੰ ਸ਼ਬਦ ਗੁਰੂ ਦੇ ਲੜ ਲਾ ਦੇਣਾ। ਤੇ ਵੇਖੋ, ਜਦੋਂ ਸ਼ਬਦ ਗੁਰੂ ਦੇ ਲੜ ਗੁਰੂ ਗੋਬਿੰਦ ਸਿੰਘ ਜੀ ਲਾ ਰਹੇ ਨੇ ਤੇ ਕਿੱਡੀ ਵੱਡੀ ਗੱਲ ਹੈ। ਇੱਥੇ ਹੀ ਸਾਹਿਤ ਦਾ ਜਿਹੜਾ ਵਾ ਸਮਾਜ ਵਾਸਤੇ ਕੀ ਰੋਲ ਹੈਗਾ ਵਾ, ਸਾਰੀ ਗੱਲ ਪ੍ਰਤੱਖ ਹੋ ਜਾਂਦੀ ਹੈ। ਤੇ ਇਹਦੇ ਨਾਲ ਜੇ ਆਪਾਂ ਗੱਲ ਕਰੀਏ, ਇੱਕ ਵੇਲਾ ਸੀਗਾ ਵੀ ਜਦੋਂ ਅਸੀਂ ਕਿਤਾਬਾਂ ਅੱਜ ਤੋਂ 20 ਸਾਲ ਪਹਿਲਾਂ ਪੰਜਾਬੀ ਸਿਲੇਬਸ ਵਿੱਚ ਲੱਗੀਆਂ ਹੁੰਦੀਆਂ ਸੀਗੀਆਂ, ਚਾਹੇ ਅਸੀਂ ਉਹ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਦੀ ਗੱਲ ਕਰ ਲਈਏ। ਹਾਂਜੀ, ਇੱਕ ਗੁਰਮਤਿ ਸਾਹਿਤ ਹੈ, ਹਾਂਜੀ, ਇੱਕ ਸੂਫੀ ਸਾਹਿਤ ਹੈ ਜੀ, ਪਰ ਉਹਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਇਸ਼ਕੀਆ ਕਿੱਸਿਆਂ ਦੀ, ਤੇ ਸਾਨੂੰ ਬੱਚਿਆਂ ਨੂੰ ਹੀਰ ਵੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਬਿਲਕੁਲ ਜੀ, ਹੀਰ ਬੰਨੀ ਅਸੀਂ ਜ਼ਿਆਦਾ ਕੇਂਦਰਿਤ ਹੋ ਗਏ। ਹਾਂਜੀ, ਤੇ ਸੂਫੀ ਸਾਹਿਤ ਜਿਹੜਾ ਹੈਗਾ ਜਾਂ ਗੁਰਮਤਿ ਸਾਹਿਤ ਆ, ਉਹ ਤੋਂ ਅਸੀਂ ਪਿੱਛੇ ਹਟ ਗਏ। ਹਾਂਜੀ, ਇਹ ਤੁਸੀਂ ਇਸ ਧਾਰਨਾ ਨੂੰ ਚੰਗੀ ਸਮਝਦੇ ਸੀਗੇ ਕਿ ਹੁਣ ਵੀ ਸਿਲੇਬਸ ਵਿੱਚ ਇਸੇ ਤਰ੍ਹਾਂ ਨੂੰ ਹੀਰ ਨੂੰ ਔਰ ਇਸੇ ਤਰ੍ਹਾਂ ਦੇ ਇਸ਼ਕੀਆ ਕਿੱਸਿਆਂ ਨੂੰ ਅੱਗੇ ਕੀਤਾ ਗਿਆ? ਤੁਹਾਡਾ ਕੀ ਕਹਿਣਾ ਹੈ? ਵੇਖੋ ਜੀ, ਸਾਹਿਤ ਤਾਂ ਚਾਹੇ ਉਹ ਗੁਰਮਤਿ ਸਾਹਿਤ ਹੈ, ਚਾਹੇ ਸੂਫੀ ਸਾਹਿਤ ਹੈ, ਚਾਹੇ ਉਹ ਕਿੱਸਾ ਸਾਹਿਤ ਹੈ, ਸਾਹਿਤ ਤਾਂ ਸਾਹਿਤ ਹੀ ਹੈ ਜੀ। ਅੱਗੇ ਡਿਪੈਂਡ ਕਰਦਾ ਸਾਡੇ ਤੇ ਕਿ ਅਸੀਂ ਉਸ ਨੂੰ ਪੜ੍ਹ ਕੇ ਉਹਦੇ ਤੋਂ ਕੀ ਆਊਟਪੁੱਟ ਲੈਣੀ ਹੈ, ਅਸੀਂ ਉਸ ਨੂੰ ਕਿਸ ਤਰ੍ਹਾਂ ਸਮਝਦੇ ਹਾਂ।
ਕੁਝ ਲੋਕ ਆ ਜਿਹੜੇ ਉਹ ਕਹਿ ਦਿੰਦੇ ਕਿ ਹੀਰ ਦਾ ਕਿੱਸਾ ਇਸ਼ਕਈਆ ਹੈ, ਇਹ ਬੱਚਿਆਂ ਨੂੰ ਸਿਲੇਬਸ 'ਚ ਨਹੀਂ ਲਾਉਣਾ ਚਾਹੀਦਾ, ਇਹਨਾਂ ਨੂੰ ਗੁਰਮਤਿ ਕਾਵਿ ਲਾਉਣਾ ਚਾਹੀਦਾ ਜਾਂ ਸੂਫੀ ਕਾਵਿ ਲਾਉਣਾ ਚਾਹੀਦਾ। ਇਹ ਗੱਲ ਜਿਹੜੀ ਸਾਹਿਤ ਦੇ ਸੰਦਰਭ 'ਚ ਇਹ ਗੱਲ ਕੋਈ ਖਾਸ ਮਾਇਨੇ ਨਹੀਂ ਰੱਖਦੀ ਕਿ ਸਾਹਿਤ ਕਿਹੜਾ ਹੈ, ਕਿਉਂਕਿ ਸਾਹਿਤ ਤਾਂ ਜੋ ਦੇਣਾ ਹੈ ਉਹ ਦੇ ਰਿਹਾ ਹੈ, ਜੋ ਮਤਲਬ ਰਚਨਾ ਰਚੀ ਗਈ ਉਹ ਸਾਹਿਤ ਦਾ ਅੰਗ ਹੈ ਤੇ ਸਾਹਿਤ ਦਾ ਜੋ ਮਨੋਰਥ ਹੈ ਉਹ ਸਾਨੂੰ ਮਿਲ ਰਿਹਾ ਹੈ। ਇਹ ਡਿਪੈਂਡ ਸਾਡੇ ਤੇ ਕਰਦਾ ਹੈ, ਸਾਡੀ ਮਾਨਸਿਕਤਾ ਤੇ ਕਰਦਾ ਹੈ ਕਿ ਅਸੀਂ ਉਸ ਨੂੰ ਕਿਸ ਨਜ਼ਰੀਏ ਤੋਂ ਵੇਖਣਾ। ਜੀ ਜੀ ਬਿਲਕੁਲ। ਬਲਜਿੰਦਰ ਜੀ, ਕਿਸੇ ਵੀ ਸਮਾਜ ਵਿੱਚ ਕ੍ਰਾਂਤੀ ਲਿਆਉਣ ਲਈ ਕਿਤਾਬਾਂ ਦਾ ਕੀ ਯੋਗਦਾਨ ਹੁੰਦਾ ਹੈ? ਵੇਖੋ ਜੀ, ਕਿਤਾਬਾਂ ਨੇ ਜਿਹੜੀਆਂ ਇਹ ਕ੍ਰਾਂਤੀ ਲਿਆਉਣ ਵਿੱਚ ਬੜਾ ਅਹਿਮ ਯੋਗਦਾਨ ਪਾਉਂਦੀਆਂ ਨੇ। ਤੁਸੀਂ ਕੋਈ ਦੂਰ ਜਾਣ ਦੀ ਲੋੜ ਨਹੀਂ, ਸਾਡੇ ਭਗਤ ਸਿੰਘ ਹੋਰਾਂ ਨੂੰ ਵੇਖ ਲਓ। ਭਗਤ ਸਿੰਘ ਹੋਰੀ ਜਦੋਂ ਕ੍ਰਾਂਤੀ ਦੀ ਗੱਲ ਕਰਦੇ ਸੀ ਤਾਂ ਉਹਨਾਂ ਦੇ ਪਿੱਛੇ ਕੀ ਸੀ? ਉਹ ਲੈਨਿਨ ਨੂੰ ਪੜ੍ਹ ਰਹੇ ਸੀ, ਮਾਓ ਜੇ ਤੁੰਗ ਨੂੰ ਪੜ੍ਹ ਰਹੇ ਸੀ, ਠੀਕ ਹੈ। ਉਹ ਕਿਤਾਬਾਂ ਦੇ ਵਿੱਚੋਂ ਹੀ એનર્ਜੀ ਲੈ ਕੇ ਆਪਣਾ ਕ੍ਰਾਂਤੀਕਾਰੀ ਪ੍ਰਵਚਨ ਜਿਹੜੇ ਉਸਾਰਦੇ ਸੀਗੇ ਤੇ ਬਾਕੀ ਯੂਥ ਨੂੰ ਜਿਹੜਾ ਵਾ ਉਹ ਐਡਵਾਈਸ ਦਿੰਦੇ ਸੀ ਕਿ ਚੰਗਾ ਸਾਹਿਤ ਆ ਜਿਹੜਾ, ਚੰਗੀਆਂ ਕਿਤਾਬਾਂ ਨੇ ਜਿਹੜੀਆਂ ਉਹ ਹੀ ਤੁਹਾਡੀ ਮਾਨਸਿਕਤਾ ਨੂੰ ਬਦਲ ਸਕਦੀਆਂ ਨੇ। ਤੁਸੀਂ ਕਿਸੇ ਵੀ ਦੇਸ਼ ਦੀ, ਕਿਸੇ ਵੀ ਸਮਾਜ ਦੀ ਕ੍ਰਾਂਤੀ ਲੈ ਕੇ ਵੇਖ ਲਓ, ਉਹਦੇ ਪਿੱਛੇ ਕਿਤਾਬਾਂ ਦਾ ਯੋਗਦਾਨ ਹੈ। ਕੋਈ ਵੀ ਕ੍ਰਾਂਤੀਕਾਰੀ ਜਿਹੜਾ ਉਹ ਕਿਤਾਬਾਂ ਪੜ੍ਹੇ ਤੋਂ ਬਗੈਰ ਆਪਣੀ ਮਾਨਸਿਕਤਾ ਵਿੱਚ ਬਦਲਾਅ ਨਹੀਂ ਲਿਆ ਸਕਿਆ। ਜੀ ਜੀ। ਉਹਦੀ ਮਾਨਸਿਕਤਾ ਵਿੱਚ ਜੇਕਰ ਬਦਲਾਅ ਆਇਆ ਹੈ ਤਾਂ ਉਹਦੇ ਪਿੱਛੇ ਕਿਤਾਬਾਂ ਦਾ ਹੀ ਯੋਗਦਾਨ ਹੈ। ਬਿਲਕੁਲ। ਗੀਤਕਾਰੀ ਦੇ ਪੱਖ ਤੋਂ ਸਾਡੇ ਬਹੁਤ ਸਾਰੇ ਕਵੀ ਹੋਏ ਆ। ਹਾਂਜੀ। ਤੇ ਉਹਨਾਂ ਨੇ ਬਹੁਤ ਸਾਰੇ ਗੀਤ ਵੀ ਲਿਖੇ ਆ। ਹਾਂਜੀ ਹਾਂਜੀ। ਅਕਸਰ ਅਸੀਂ ਜ਼ਿਕਰ ਜੇ ਕਰ ਲਈਏ ਇਸ ਮਾਮਲੇ ਦੇ ਵਿੱਚ। ਬਿਲਕੁਲ ਜੀ। ਤੇ ਬਚਪਨ ਦੇ ਵਿੱਚ ਜਦੋਂ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਸੀਗੇ ਤੇ ਸਾਡੀਆਂ ਸਿਲੇਬਸ ਦੀਆਂ ਕਿਤਾਬਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਗੀਤ ਸ਼ਾਮਲ ਹੁੰਦੇ ਸੀਗੇ ਜਿਹੜੇ ਹੁਣ ਅਸੀਂ ਵੱਡੇ ਵੀ ਹੋ ਗਏ ਆ ਤੇ ਮੇਰੇ ਖਿਆਲ ਵੀ ਉਹ ਸਾਡੇ ਚੇਤਿਆਂ ਦੇ ਵਿੱਚੋਂ ਤਾਂ ਵੀ ਨਹੀਂ ਵਿਸਰੇ ਗਏ। ਹਜੇ ਵੀ ਕੋਈ ਨਾ ਕੋਈ ਗੀਤ ਜਿਹੜਾ ਹੈਗਾ ਉਹ ਸਾਡੇ ਚੇਤਨ ਅਵਚੇਤਨ ਮਨ ਦੇ ਵਿੱਚ ਉਹਦੀਆਂ ਤੁਕਾਂ ਲਰਜ਼ਦੀਆਂ ਰਹਿੰਦੀਆਂ ਹੈਗੀਆਂ ਨਾ। ਤੇ ਇਸ ਤਰੀਕੇ ਨਾਲ ਉਹ ਹਮੇਸ਼ਾ ਸਾਡੇ ਨਾਲ ਅੰਗ ਸੰਗ ਚੱਲਦੇ ਰਹਿੰਦੇ ਕਿ ਬਹੁਤ ਸਾਰੇ ਕਵੀ ਹੋਏ ਆ। ਕੀ ਰਚਿਆ, ਕਿਹੜੇ ਕਿਹੜੇ ਕਵੀ, ਉਹਨਾਂ ਬਾਰੇ ਜਰਾ ਜ਼ਿਕਰ ਕਰੋ। ਤੁਸੀਂ ਗੱਲ ਕਰ ਲਓ ਨੰਦ ਲਾਲ ਨੂਰਪੁਰੀ ਹੋਣੀ। ਹਾਂਜੀ ਹਾਂਜੀ। ਕਿੱਡੇ ਵੱਡੇ ਸਾਹਿਤਕਾਰ ਹੋਏ ਨੇ। ਉਹਨਾਂ ਦੇ ਗੀਤ ਅੱਜ ਵੀ ਜਿਹੜੇ ਉਹੀ ਸਕੂਨ ਦਿੰਦੇ ਨੇ ਜਿਹੜੇ ਉਹ ਸਮੇਂ 'ਚ ਦਿੰਦੇ ਸੀਗੇ। ਉਹਨਾਂ ਨੂੰ ਅੱਜ ਵੀ ਪੜ੍ਹ ਕੇ ਇਦਾਂ ਨਹੀਂ ਲੱਗਦਾ ਕਿ ਪੁਰਾਣੇ ਸਮੇਂ ਦੀ ਗੱਲ ਕਰ ਰਹੇ ਆ ਜਾਂ ਪੁਰਾਣੇ ਸਮੇਂ 'ਚ ਲਿਖੇ ਗਏ ਆ। ਤੁਸੀਂ ਨੰਦ ਲਾਲ ਨੂਰਪੁਰੀ ਤੋਂ ਬਾਅਦ ਗੁਰਦੇਵ ਸਿੰਘ ਮਾਨ ਹੋਰਾਂ ਦੀ ਗੱਲ ਕਰ ਲਓ, ਉਹਨਾਂ ਦੇ ਗੀਤ ਵੀ ਬਹੁਤ ਚੰਗੇ ਪੰਜਾਬੀ ਗਾਇਕਾਂ ਨੇ ਗਾਏ ਨੇ। ਅਸੀਂ ਹੁਣੇ ਗੱਲ ਕਰਕੇ ਹਟੇ ਸੀ ਕਿ ਲੱਚਰ ਗਾਇਕੀ ਜਿਹੜੀ ਆ ਨੌਜਵਾਨ ਪੀੜ੍ਹੀ ਦਾ ਅਕਸ਼ ਖਰਾਬ ਕਰ ਰਹੀ ਹੈ। ਉਹ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਇਹਨਾਂ ਗੀਤਕਾਰਾਂ ਨੂੰ ਸੁਣਨਾ ਪਸੰਦ ਹੀ ਨਹੀਂ ਕਰਦੀ। ਬਿਲਕੁਲ। ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇੱਕ ਅਗਾਂਹ ਵਧੂ ਵਾਲਾ ਜਿਹੜਾ ਫਾਰਵਰਡਿੰਗ ਦਾ ਕਨਸੈਪਟ ਜਿਹੜਾ ਪਿਆ ਹੋਇਆ ਵਾ ਉਹ ਉਹਨਾਂ ਨੂੰ ਆਪਣੇ ਪਿਛੋਕੜ ਨਾਲ ਜੁੜਨ ਹੀ ਨਹੀਂ ਦੇ ਰਿਹਾ ਗਾ। ਹਾਂ, ਜਿੱਦਾਂ ਤੁਸੀਂ ਗੱਲ ਕਰ ਲਓ ਕਿ ਪ੍ਰੋਫੈਸਰ ਪੂਰਨ ਸਿੰਘ ਹੋਰੀ ਨੇ ਪੰਜਾਬ ਦੀ ਗੱਲ ਕਰਦੇ ਨੇ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਵੇਖੋ ਜੀ, ਪੂਰਨ ਸਿੰਘ ਹੋਰੀ ਆਪਣੀਆਂ ਰਚਨਾਵਾਂ ਦੇ ਵਿੱਚ, ਆਪਣੀਆਂ ਕਵਿਤਾਵਾਂ ਦੇ ਵਿੱਚ ਪੰਜਾਬ, ਪੰਜਾਬੀਅਤ ਦੀ ਗੱਲ ਕਰਦੇ ਨੇ। ਪਰ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਇਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਨ ਵਿੱਚ ਕੋਈ ਦਿਲਚਸਪੀ ਨਹੀਂ ਰੱਖ ਰਹੀ। ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰ ਲਓ, ਸਾਡੇ ਨੌਜਵਾਨ ਜਾਣਦੇ ਤਾਂ ਹਨ ਸ਼ਿਵ ਕੁਮਾਰ ਬਟਾਲਵੀ ਨੂੰ, ਪਰ ਸ਼ਿਵ ਕੁਮਾਰ ਬਟਾਲਵੀ ਦੀ ਕੋਈ ਵੀ ਰਚਨਾ ਹੈ ਜਿਹੜੀ ਉਹਨਾਂ ਨੂੰ ਜ਼ਬਾਨੀ ਯਾਦ ਤਾਂ ਦੂਰ ਦੀ ਗੱਲ ਹੈ, ਉਹਨਾਂ ਪੜ੍ਹੀ ਵੀ ਨਹੀਂ ਹੋਣੀ ਸਿੱਧੂ ਸਾਹਿਬ ਮੇਰੇ ਖਿਆਲ 'ਚ ਤਾਂ। ਬਿਲਕੁਲ ਬਿਲਕੁਲ। ਮੈਨੂੰ ਇੱਥੇ ਘਟਨਾ ਯਾਦ ਆਉਂਦੀ ਕਿ ਅਸੀਂ ਅੰਮ੍ਰਿਤਾ ਪ੍ਰੀਤਮ ਦਾ ਇੱਕ ਗੀਤ ਜਿਹੜਾ ਹੁੰਦਾ ਸੀ, ਭਰਪੂਰ ਜਵਾਨੀ ਖੇਤਾਂ ਦੀ ਭਰਪੂਰ ਜਵਾਨੀ ਹੋ, ਖੇਤ ਜੋ ਬੀਜੇ ਗੋਡੇ ਵਾਹੇ ਭਰ ਸਰਵਰ ਨੇ ਪਾਣੀ ਲਾਏ, ਬੈਠ ਜੁਲਿੱਤੇ ਜੋ ਭਰਪੂਰ ਜਵਾਨੀ ਖੇਤਾਂ ਦੀ ਭਰਪੂਰ ਜਵਾਨੀ ਹੋ। ਇਸੇ ਤਰ੍ਹਾਂ ਹੀ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਜਿਹੜੇ ਅਸੀਂ ਕਵਿਤਾ ਦੀ ਗੱਲ ਕਰ ਲਈ, ਮੇਰੇ ਖਿਆਲ ਇੱਕ ਯਾਦ ਹੋਣਾ ਤੁਹਾਨੂੰ ਵੀ ਕਿ ਆ ਪੰਜਾਬ ਤੂੰ ਮੁੜ ਘਰ ਆ, ਹਾਂ ਆ ਮੇਰੇ ਪਿਆਰੇ ਪੰਜਾਬ ਤੋਂ ਮੁੜ ਘਰ ਆ। ਇਹ ਪੰਜਾਬ ਵਸਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਗੁਰਾਂ ਦੇ ਨਾਂ ਦੇ ਉੱਤੇ ਇਸ ਧਰਤੀ ਤੇ ਕਲਗੀਆਂ ਵਾਲੇ ਦੇ ਘੋੜੇ ਦੇ ਸੁੰਮਾਂ ਦੀ ਟਾਪ ਲੱਗੀ ਤੇ ਪੰਜਾਬੀ ਖੜ ਜਾਣ ਡਾਂਗਾ ਮੋਢੇ ਤੇ ਉਲਾਰ ਕੇ ਪਰ ਟੈ ਨਾ ਮੰਨਣ ਕਿਸੇ ਦੀ। ਮਤਲਬ ਕਿੰਨੀਆਂ ਇਹ ਗੱਲਾਂ ਸੀਗੀਆਂ ਤੇ ਉਹ ਸਾਡੇ ਇੱਕ ਨਾਲ ਪੰਜਾਬੀ ਕੌਮ ਦੀ ਬਹਾਦਰੀ ਨੂੰ ਵੀ ਪੇਸ਼ ਕਰ ਰਹੇ ਨੇ ਕਿ ਪੰਜਾਬੀਅਤ ਆ ਜਿਹੜੀ, ਪੰਜਾਬੀ ਕੌਮ ਆ ਜਿਹੜੀ ਉਹ ਕਿੰਨੀ ਬਹਾਦਰ ਸੀ ਤੇ ਕਿਉਂ ਵਾਰ-ਵਾਰ ਉਹ ਲੋਚ ਰਹੇ ਨੇ ਪੰਜਾਬ ਨੂੰ, ਕਿਉਂ ਕਹਿ ਰਹੇ ਨੇ ਕਿ ਮੈਂ ਪੰਜਾਬ ਵਾਪਸ ਆ ਜਾ, ਪੰਜਾਬ ਨੂੰ ਕੂਕਾਂ ਮੈਂ। ਉਹਨਾਂ ਦੀ ਕਵਿਤਾ ਕਿੱਡੀ ਵਧੀਆ, ਉਹ ਕਿਉਂ ਆਵਾਜ਼ ਮਾਰ ਰਹੇ ਨੇ? ਕਿਉਂਕਿ ਕਿਤੇ ਨਾ ਕਿਤੇ ਉਹ ਪੰਜਾਬ ਹੈ ਜਿਹੜਾ ਉਹ ਪੰਜਾਬ ਦੀ ਰੂਹ ਸੀ, ਉਹ ਪੰਜਾਬ ਦੇ ਵਿੱਚ ਕੋਈ ਰੂਹ ਹੈਗੀ ਸੀ, ਆਤਮਾ ਹੈਗੀ ਸੀ। ਪਰ ਅੱਜ ਦਾ ਪੰਜਾਬ ਹੈ ਜਿਹੜਾ ਸਾਡੇ ਸਾਹਮਣੇ, ਜਿਹੜੀ ਸਾਡੇ ਅੱਜ ਦੇ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਨੌਜਵਾਨ ਪੀੜ੍ਹੀ, ਉਹਦੇ ਤੋਂ ਅਸੀਂ ਭਵਿੱਖ ਵਿੱਚ ਕਿੰਨੀ ਕੁ ਉਮੀਦ ਲਾ ਸਕਦੇ ਹਾਂ, ਇਹਦਾ ਅੰਦਾਜ਼ਾ ਤੁਸੀਂ ਸਿੱਧੂ ਸਾਹਿਬ ਆਪ ਹੀ ਲਾ ਸਕਦੇ ਹੋ। ਤੇ ਦੇਖੋ, ਜਦੋਂ ਆਪਾਂ ਗੀਤਾਂ ਦਾ ਇੱਥੇ ਜ਼ਿਕਰ ਕਰ ਰਹੇ ਸੀ ਤੇ
ਅੰਮ੍ਰਿਤਾ ਪ੍ਰੀਤਮ ਹੋਣਾ ਦੀ ਜਿਹੜੀ ਉਸ ਦੀ ਵੀ ਰਚਨਾ ਹੈਗੀ ਅੱਜ ਆਖਾਂ ਵਾਰਿਸ ਸ਼ਾਹ ਨੂੰ, ਹਾਂਜੀ। ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਕੋਈ ਅਗਲਾ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਉੱਠ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉੱਠ ਦਰਦਮੰਦਾਂ ਦੀਆਂ ਦਰਦੀਆਂ ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ। ਸੋ ਬਹੁਤ ਵੱਡੇ ਗੀਤ ਸੀ। ਅੱਜ ਵੀ ਲਾਹੌਰ ਦੇ ਬਹੁਤ ਸਾਰੇ ਥਾਵਾਂ ਦੇ ਉੱਤੇ ਅਸੀਂ ਦੇਖਦੇ ਹਾਂ ਗੀਤ ਕਿਸੇ ਮੇਲੇ ਦੇ ਉੱਤੇ ਸ਼ੁਰੂਆਤ ਹੁੰਦਾ ਤੇ ਉਹ ਪੰਜਾਬ ਦੀ ਵੰਡ ਦਾ ਉਹ ਵੇੜਾ ਚੇਤਾ ਕਰਾਉਂਦਾ। ਜਿਵੇਂ ਕਿ ਪ੍ਰੋਫੈਸਰ ਬਲਜਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਸਾਹਿਤ ਜਿਹੜਾ ਹੁੰਦਾ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਹੈਗਾ। ਬਿਲਕੁਲ ਜੀ। ਤੁਸੀਂ ਵੇਖੋ ਗਾਇਕੀ ਦੀ ਗੱਲ ਕਰ ਰਹੇ ਸੀਗੇ, ਕੋਈ ਵਿਦਵਾਨ ਹੈ ਕੋਈ ਮਤਲਬ ਕਿ ਕਹਿੰਦਾ ਹੈ ਕਿ ਤੁਸੀਂ ਮੈਨੂੰ ਕਿਸੇ ਸਮਾਜ ਦੀ ਨੌਜਵਾਨ ਪੀੜ੍ਹੀ ਤੇ ਪੀੜ੍ਹੀ ਦੇ ਬੁੱਲ੍ਹਾਂ ਉੱਤੇ ਲਰਜ਼ਦੇ ਗੀਤ ਦੱਸੋ, ਬਿਲਕੁਲ ਬਿਲਕੁਲ, ਤੇ ਮੈਂ ਉਸ ਸਮਾਜ ਦਾ ਭਵਿੱਖ ਦੱਸ ਦੂੰਗਾ। ਬਿਲਕੁਲ, ਦੇਖੋ ਜੀ ਕਿੰਨੀ ਵੱਡੀ ਗੱਲ ਕੀਤੀ ਉਹਨੇ ਕਿ ਜਿਸ ਪੀੜ੍ਹੀ ਦੇ ਬੁੱਲ੍ਹਾਂ ਦੇ ਉੱਤੇ ਜਿਹੋ ਜਿਹੇ ਗੀਤ ਚੱਲ ਰਹੇ ਨੇ, ਬਿਲਕੁਲ ਉਹਨਾਂ ਦਾ ਭਵਿੱਖ ਵਿੱਚ ਰਸਤਾ ਵੀ ਉਹੋ ਜਿਹਾ ਹੋਊਗਾ। ਤੇ ਡੈਫੀਨੇਟਲੀ ਕਲੀਅਰ ਹੈ, ਇਹ ਸਪਸ਼ਟ ਹੈ ਕਿ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਸ ਰਾਹ ਤੇ ਜਾ ਰਹੀ ਹੈ, ਜਿਸ ਪਾਸੇ ਚੱਲ ਰਹੀ ਹੈ, ਇਹ ਕੋਈ ਮਤਲਬ ਕਿ ਭਵਿੱਖ ਜਿਹੜਾ ਮੈਨੂੰ ਇਹਨਾਂ ਦਾ ਰੌਸ਼ਨ ਨਹੀਂ ਜਾਪਦਾ। ਕਿਤੇ ਨਾ ਕਿਤੇ ਸ਼ੰਕਾ ਜਾਏ, ਡਰ ਜਾਏ ਮਨ 'ਚ ਕਿ ਇਹ ਪੀੜ੍ਹੀ ਜਾ ਕਿੱਧਰ ਨੂੰ ਰਹੀ ਹੈ। ਹਾਂਜੀ, ਦੇਖੋ ਪੰਜਾਬ ਦਾ ਜਿਹੜਾ ਉਹ ਸਾਰਾ ਇੱਕ ਸਮਾਂ ਦੇਸ਼ ਆਜ਼ਾਦੀ ਤੋਂ ਬਾਅਦ ਜੀ ਅਸੀਂ ਦੇਖਿਆ, ਅਸੀਂ ਪੜ੍ਹਿਆ ਵੀ ਹੈ। ਹਾਂਜੀ, ਤੇ ਅਸੀਂ ਕਿਤਾਬਾਂ ਜ਼ਰੀਏ ਉਹਨੂੰ ਚੰਗੀ ਤਰ੍ਹਾਂ ਨੀਝ ਲਾ ਕੇ ਉਹਨੂੰ ਤੱਕਿਆ ਵੀ ਕਿਸ ਤਰੀਕੇ ਦਾ ਪੰਜਾਬ ਸੀ ਔਰ ਕਿਸ ਤਰੀਕੇ ਨੌਜਵਾਨ ਪੀੜ੍ਹੀ ਇਹਨਾਂ ਚੀਜ਼ਾਂ ਦੇ ਵਿੱਚ ਸਾਹਿਤ ਨਾਲ ਜੁੜਦੀ ਸੀ। ਔਰ ਜਦੋਂ ਅਸੀਂ ਬਹੁਤ ਸਾਰੀਆਂ ਸਟੇਜਾਂ ਦੇ ਉੱਤੇ ਗੱਲ ਕਰਦੇ ਸੀ, ਕਿਸੇ ਗੁਰੂ ਘਰ ਦੇ ਵਿੱਚ ਜਾਣਾ ਜਾਂ ਕਿਤੇ ਸਕੂਲ ਦੀ ਬਾਲ ਸਭਾ ਲੱਗਣੀ, ਉੱਥੇ ਬਹੁਤ ਵਧੀਆ ਜਿਹੜੀਆਂ ਕਵਿਤਾਵਾਂ ਔਰ ਗੀਤ ਜਿਹੜੇ ਪੜ੍ਹੇ ਜਾਂਦੇ ਸੀਗੇ। ਹੁਣ ਦੇ ਸਕੂਲੀ ਸਿਸਟਮ ਦੀ ਅਗਰ ਅਸੀਂ ਗੱਲ ਕਰ ਲਈਏ, ਇਸ ਤਰ੍ਹਾਂ ਦੀ ਚੀਜ਼ ਸਵਾਈ ਹੁਣ ਮੈਨੂੰ ਲੱਗਦਾ ਹੁੰਦਾ ਸਕੂਲਾਂ 'ਚ ਕੋਈ ਪੀਟੀ ਕਰਾਤੀਆਂ, ਐਕਸਰਸਾਈਜ਼ਾਂ ਕਰਾ ਦਿੱਤੀਆਂ ਹੈਗੀਆਂ, ਪਰ ਉਹ ਜਿਹੜੀ ਸ਼ਨੀਚਰਵਾਰੀ ਬਾਲ ਸਭਾ ਵਾਲਾ ਸੀਗਾ ਉਹ ਕਿਤੇ ਖਤਮ ਹੋ ਗਿਆ। ਤੁਸੀਂ ਇਸ ਬਾਰੇ ਦੱਸੋ, ਤੁਹਾਡੀਆਂ ਯਾਦਾਂ 'ਚ ਕੀ ਹੈ? ਸਕੂਲਾਂ ਯਾਦਾਂ 'ਚ ਵੇਖੋ ਤੁਸੀਂ ਵੀ ਸਕੂਲ ਜਿਹੜਾ ਬਾਲ ਸਭਾ ਦਾ ਜਿਹੜਾ ਆਨੰਦ ਮਾਣਿਆ, ਅਸੀਂ ਮਾਣਿਆ, ਉਹ ਮਜ਼ਾ ਹੀ ਵੱਖਰਾ ਹੁੰਦਾ ਸੀਗਾ। ਸਿੱਧੂ ਸਾਹਿਬ ਕਿ ਸ਼ੁੱਕਰਵਾਰ ਤੋਂ ਹੀ ਚਾਅ ਚੜ੍ਹਨਾ ਸ਼ੁਰੂ ਹੋ ਜਾਂਦਾ ਸੀ ਕਿ ਕੱਲ੍ਹ ਨੂੰ ਸ਼ਨੀਵਾਰ ਹੈ ਤੇ ਕੱਲ੍ਹ ਸਾਰਾ ਦਿਨ ਜਿਹੜੀ ਬਾਲ ਸਭਾ ਚੱਲਣੀ ਆ, ਤੇ ਬੱਚੇ ਆ ਜਿਹੜੇ ਪੂਰੀ ਉਹਨਾਂ ਦੇ ਵਿੱਚ ਭੱਗ ਦੌੜ ਹੁੰਦੀ ਸੀ ਕਿ ਮੈਂ ਅੱਜ ਆਹ ਗੀਤ ਬੋਲਣਾ, ਮੈਂ ਅੱਜ ਆਹ ਕਵਿਤਾ ਬੋਲਣੀ ਹੈ। ਉਹ ਸ਼ਾਮ ਨੂੰ ਘਰਾਂ ਦੇ ਵਿੱਚ ਬਹਿ ਕੇ ਪੂਰੀ ਤਿਆਰੀ ਕਰਨੀ, 2-2 4-4 ਜਣੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਸੁਣਾਉਣਾ ਕਿ ਕੱਲ੍ਹ ਮੈਂ ਜਿਹੜਾ ਵਾ ਸਾਰੇ ਬੱਚਿਆਂ ਦੇ ਸਾਹਮਣੇ ਆਪਣੀ ਕਵਿਤਾ ਪੇਸ਼ ਕਰਨੀ ਹੈ, ਗੀਤ ਪੇਸ਼ ਕਰਨਾ। ਤੇ ਜੇ ਅੱਜ ਵੇਖੀਏ, ਅੱਜ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਕੂਲਾਂ ਵਿੱਚ ਬਾਲ ਸਭਾ ਹੈ ਜਿਹੜੀ ਉਹ ਬਸਤਿਆਂ ਦੇ ਥੱਲੇ ਦੱਬ ਕੇ ਰਹਿ ਗਈ ਹੈ। ਬਸਤੇ ਇੰਨੇ ਭਾਰੇ ਹੋ ਗਏ ਨੇ ਕਿ ਬਾਲ ਸਭਾ ਨਾਂ ਦੀ ਚੀਜ਼ ਆ ਜਿਹੜੀ ਉਹਨਾਂ ਵਿੱਚੋਂ ਲੱਭਣੀ ਮੁਸ਼ਕਲ ਹੋ ਗਈ ਹੈ। ਸਿਲੇਬਸ ਹੀ ਇੰਨੇ ਜ਼ਿਆਦਾ ਮਤਲਬ ਕਿ ਹੋ ਗਏ ਨੇ। ਠੀਕ ਹੈ, ਪੜ੍ਹਾਈ ਜ਼ਰੂਰੀ ਹੈ, ਪਰ ਸਿੱਧੂ ਸਾਹਿਬ ਵੇਖੋ ਕਿ ਉਦੋਂ ਸਿਲੇਬਸ ਘੱਟ ਸੀ, ਬੱਚੇ ਨੂੰ ਅਦਰ ਐਕਟੀਵਿਟੀ ਕਰਨ ਦਾ ਜਿਹੜਾ ਮੌਕਾ ਮਿਲਦਾ ਸੀ, ਬੱਚੇ ਦਾ ਮਾਨਸਿਕ ਸਰੀਰਕ ਵਿਕਾਸ ਹੁੰਦਾ ਸੀ। ਹੁਣ ਦੇ ਤੁਸੀਂ ਸਕੂਲੀ ਬੱਚੇ ਵੇਖ ਲਓ, ਉਹ ਮਤਲਬ ਕਿ ਨਾ ਤਾਂ ਮਾਨਸਿਕ ਉਹਨਾਂ ਦਾ ਵਿਕਾਸ ਪੂਰੀ ਤਰ੍ਹਾਂ ਹੋ ਰਿਹਾ, ਨਾ ਸਰੀਰਕ ਵਿਕਾਸ ਪੂਰੀ ਤਰ੍ਹਾਂ ਹੋ ਰਿਹਾ, ਪਰ ਉਹਨਾਂ ਦੇ ਮੈਂ ਜੇ ਕਹਾਂ ਕਿ ਬਸਤਿਆਂ ਦਾ ਵਿਕਾਸ ਆ ਜਿਹੜਾ ਉਹ ਦਿਨ ਬ ਦਿਨ ਪੂਰਾ ਹੋ ਰਿਹਾ ਵਾ। ਕਿਤਾਬਾਂ ਜਿਹੜੀਆਂ ਬਹੁਤ ਜ਼ਿਆਦਾ ਵੱਧ ਰਹੀਆਂ, ਉਹਨਾਂ ਤੇ ਜਿਹੜਾ ਵਰਕਲੋਡ ਆ ਸਟੱਡੀ ਦਾ ਬਹੁਤ ਹੀ ਜ਼ਿਆਦਾ ਪੈ ਰਿਹਾ ਵਾ। ਗੱਲ ਜਦੋਂ ਵਿਸ਼ੇ ਦੀ ਆਉਂਦੀ ਹੈਗੀ ਆ ਕਿ ਹੁਣ ਉਸ ਤਰ੍ਹਾਂ ਦੇ ਵਿਸ਼ੇ ਜਿਹੜੇ ਹੈਗੇ ਜਿਹਦੇ ਵਿੱਚ ਬੇਲੋੜਾ ਬੋਝ ਜਿਹੜਾ ਆ ਬੱਚਿਆਂ ਦੇ ਉੱਤੇ ਪਾਤਾ। ਔਰ ਇੱਕ ਜ਼ਮਾਨਾ ਸੀ ਬਲਜਿੰਦਰ ਜੀ ਜਦੋਂ ਬੱਚਿਆਂ ਦੇ ਉੱਤੇ ਜਿਹੜਾ ਸੀਗਾ ਉਹ ਉਹਨਾਂ ਨੂੰ ਵਿਸ਼ਾ ਚੁਣਨ ਦਾ ਅਧਿਕਾਰ ਹੁੰਦਾ ਸੀ। ਹੁਣ ਤਾਂ ਇਹ ਆ ਵੀ ਉਹ ਢੇਰ ਸਾਰੇ ਜਿਹੜੇ ਵਿਸ਼ੇ ਇਕੱਠੇ ਦੇ ਦਿਓ। ਇਸ ਕਰਕੇ ਵੀ ਇੱਕ ਕਾਰਨ ਬਣਦਾ ਕਿ ਬੱਚਾ ਜਦੋਂ ਬਾਲਗ ਹੋ ਜਾਂਦਾ ਹੈਗਾ ਆ, ਜਦੋਂ ਕਾਲਜ ਔਰ ਯੂਨੀਵਰਸਿਟੀ ਤੱਕ ਆਉਂਦਾ ਹੈਗਾ, ਸਿਵਾਏ ਸਿਲੇਬਸ ਤੋਂ ਦੂਜੀਆਂ ਕਿਤਾਬਾਂ ਵੱਲ ਨਹੀਂ ਧਿਆਨ ਹੀ ਨਹੀਂ ਦਿੰਦਾ। ਇਹ ਵੀ ਇੱਕ ਕਾਰਨ। ਹਾਂਜੀ, ਸਕੂਲਾਂ ਦੇ ਵਿੱਚ ਬੱਚੇ ਨੂੰ ਜਿਹੜਾ ਸੀਮਤ ਕਰ ਦਿੱਤਾ ਜਾਂਦਾ ਉਹਦੇ ਸਿਲੇਬਸ ਤੱਕ ਹੀ। ਬਿਲਕੁਲ, ਤੇ ਸਿਲੇਬਸ ਇੰਨਾ ਕੁ ਜ਼ਿਆਦਾ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਰੇ ਵਿਸ਼ੇ ਜਿਹੜੇ ਕਹਿ ਦਿੰਦੇ ਕਿ ਇੱਕੋ ਕਲਾਸ 'ਚ ਹੀ ਬੱਚੇ ਨੂੰ ਕਰਾ ਦਿੱਤੇ ਜਾਣ, ਉਹ ਬੱਚਾ ਜਿਹੜਾ ਸਿਲੇਬਸ ਦੇ ਦਾਇਰੇ ਵਿੱਚ ਰਹਿ ਕੇ ਹੋਰ ਨਹੀਂ ਪੜ੍ਹ ਸਕਦਾ। ਬਿਲਕੁਲ, ਕਿਉਂਕਿ ਇੱਕ ਸਾਡੇ ਸਮੈਸਟਰ ਪ੍ਰਣਾਲੀ ਚੱਲ ਗਈ ਹੈ ਜਿਹੜੀ। ਬਿਲਕੁਲ, ਬੱਚੇ ਨੂੰ ਪੜ੍ਹਦਿਆਂ ਹੀ ਉਹਦੇ ਸਿਰ ਤੇ ਐਗਜ਼ਾਮ ਆ ਜਾਂਦਾ। ਬਿਲਕੁਲ, ਇੱਕ ਸਮੈਸਟਰ ਦਾ ਦੇ ਕੇ ਹਟਿਆ, ਦੂਜੇ ਦਾ ਫਿਰ ਤਿਆਰ ਹੈ। ਉਹ ਕਿਹੜੇ ਵੇਲੇ ਪੜ੍ਹੂਗਾ, ਉਹਨੂੰ ਕਦੋਂ ਸਮਾਂ ਮਿਲੂਗਾ? ਐਕਸਟਰਾ ਪੜ੍ਹਨ ਦਾ ਬੱਚੇ ਕੋਲੇ ਜਿਹੜਾ ਟਾਈਮ ਘੱਟ ਗਿਆ ਹੈ। ਪਹਿਲੀ ਤਾਂ ਗੱਲ ਆ ਉਹਦਾ ਸਿਲੇਬਸ ਹੀ ਨਹੀਂ ਕੰਪਲੀਟ ਹੋ ਰਿਹਾ, ਉਹਦੇ ਕੋਲ ਸਿਲੇਬਸ ਹੀ ਇੰਨਾ ਜ਼ਿਆਦਾ ਹੈ। ਤੇ ਦੂਜੀ ਗੱਲ ਕਿ ਜਦੋਂ ਉਹ ਬੱਚਾ ਬਾਲਗ ਹੁੰਦਾ, ਤੁਸੀਂ ਗੱਲ ਕੀਤੀ ਕਿ ਬਾਲਗ ਹੋ ਕੇ ਫਿਰ ਉਹ +2 ਕਰਕੇ ਜਦੋਂ ਕਾਲਜ ਤੱਕ ਪਹੁੰਚਦਾ ਹੈ, ਉਦੋਂ ਤੱਕ ਜਿਹੜੀ ਉਹਦੀ ਮਾਨਸਿਕਤਾ ਹੈ ਉਹ ਇੰਨੀ ਕੁ ਜਕੜੀ ਜਾਂਦੀ ਹੈ ਕਿ ਉਹ ਉਹਨੂੰ ਖੋਲ੍ਹ ਹੀ ਨਹੀਂ ਸਕਦਾ। ਉਹ ਸੀਮਤ ਰਹਿ ਜਾਂਦਾ, ਉਹਨੂੰ ਲੱਗਦਾ ਹੈ ਕਿ ਬਸ ਮੈਂ ਸਿਲੇਬਸ ਹੀ ਕਰਨਾ ਹੈ ਤੇ ਸਿਲੇਬਸ 'ਚੋਂ ਹੀ ਮੈਂ ਜਿਹੜਾ
ਆਪਣੀ ਫਿਊਚਰ ਦਾ ਭਵਿੱਖ ਦਾ ਜਿਹੜਾ ਤਲਾਸ਼ ਕਰਨੀ ਹੈ ਜੀ। ਕਾਲਜ ਦੀ ਲਾਇਬ੍ਰੇਰੀ ਦੀ ਗੱਲ ਮੈਂ ਨਾਲ ਕਰ ਲਾਂ, ਕਿੰਨੇ ਕੁ ਵਿਦਿਆਰਥੀ ਜੁੜੇ ਹੋਏ ਆ? ਕਾਲਜ ਦੀ ਜੇ ਤਾਂ ਮੈਂ ਆਪਣੇ ਕਾਲਜ ਦੀ ਗੱਲ ਕਰਾਂ ਤੇ ਅਕਸਰ ਹੀ ਚਲੋ ਲਾਇਬ੍ਰੇਰੀ ਨਾਲ ਵਾਹ ਪੈਂਦਾ ਰਹਿੰਦਾ, ਕਿਉਂਕਿ ਸਾਡਾ ਵੀ ਜਿਹੜਾ ਰਿਸਰਚ ਦਾ ਕੰਮ ਕੰਟੀਨਿਊ ਹੈ। ਤੇ ਹਾਂ, ਉੱਥੇ ਕਾਲਜ 'ਚ ਲਾਇਬ੍ਰੇਰੀ ਹੈ ਜਿਹੜੀ, ਉੱਥੇ ਬੱਚੇ ਬਹੁਤ ਗਿਣਤੀ ਹੁੰਦੇ ਆ, ਬੈਠਦੇ ਆ, ਪੜ੍ਹਨ ਵਾਲੇ ਬੱਚੇ ਆ ਜਿਹੜੇ, ਲੱਗਦਾ ਮੈਨੂੰ ਵੀ ਹੈਗੇ ਨੇ ਸਾਡੇ ਕਾਲਜ ਦੇ ਵਿੱਚ। ਕਿਤੇ ਨਾ ਕਿਤੇ ਕਾਲਜ ਦਾ ਕਹਿ ਲਓ ਜਾਂ ਕਹਿ ਲਓ ਕਿ ਬੱਚੇ ਹੀ ਇੱਕ ਚੰਗੀ ਸੰਸਥਾ ਹੋਣ ਦੇ ਨਾਂ ਤੇ ਇੱਥੇ ਚੰਗੇ ਬੱਚੇ ਆ ਰਹੇ ਨੇ, ਜਿਨ੍ਹਾਂ ਦਾ ਰੁਝਾਨ ਪੜ੍ਹਾਈ ਵੱਲ ਹੈਗਾ। ਬਿਲਕੁਲ ਜੀ। ਬਹੁਤ ਵਧੀਆ ਲੱਗਿਆ ਪ੍ਰੋਫੈਸਰ ਬਲਜਿੰਦਰ ਸਿੰਘ ਸੰਧੂ ਜੀ ਨਾਲ ਗੱਲਬਾਤ ਕਰਕੇ। ਦਿਲ ਤਾਂ ਕਰਦਾ ਵੀ ਹੋਰ ਸਾਰੀਆਂ ਢੇਰ ਸਾਰੀਆਂ ਗੱਲਾਂ ਕਰੀਏ, ਪਰ ਜਿਹੜਾ ਸਮਾਂ ਆ ਉਹ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਅਗਾਂਹ ਵੀ ਆਪਾਂ ਇਹਨਾਂ ਨੂੰ ਬੁਲਾਉਂਦੇ ਰਹਾਂਗੇ ਤੇ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਜਿਹੜੀ ਹੈਗੀ ਆ ਸਾਹਿਤ ਸੰਬੰਧੀ ਜਿਹੜੀ ਉਹ ਚਰਚਾ ਕਰਦੇ ਰਹਾਂਗੇ। ਸੋ ਪ੍ਰੋਫੈਸਰ ਸਾਹਿਬ, ਅੱਜ ਸਾਡੇ ਸੱਦੇ ਤੇ ਆਉਣ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੇਰੇ ਵੱਲੋਂ ਵੀ ਜੀ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੈਨੂੰ ਬੋਲਣ ਦਾ ਜਿਹੜਾ ਮੌਕਾ ਦਿੱਤਾ, ਇੱਕ ਚੰਗੇ ਵਿਸ਼ੇ ਤੇ ਗੱਲ ਕਰਨ ਦਾ ਜਿਹੜਾ ਮੌਕਾ ਮਿਲਿਆ। ਸੋ ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਸਾਰੀ ਟੀਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਪ੍ਰੋਗਰਾਮ ਸਾਹਿਤ ਦੇ ਅੰਗ ਸੰਗ ਦੇ ਵਿੱਚ ਕੁਝ ਹੋਰ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।